ਰੇ ਆਪਟਿਕਸ ਦੇ ਵਿੱਚ ਆਪਾਂ ਇਹ ਦੇਖਿਆ ਸੀ ਵੀ ਜਿਹੜੀ ਲਾਈਟ ਆ ਇਟ ਇਜ਼ ਏ ਇਲੈਕਟ੍ਰੋਮੈਗਨੈਟਿਕ ਵੇਵ। ਕੀ ਆ ਲਾਈਟ? EM ਵੇਵ। ਹੁਣ ਆਪਾਂ ਹੁਣ ਤੱਕ ਇਹ ਪੜ੍ਹਦੇ ਆਏ ਆ ਵੀ ਲਾਈਟ ਟਰੈਵਲਸ ਇਨ ਏ ਸਟ੍ਰੇਟ ਲਾਈਨ, ਪਰ ਜਦੋਂ ਆਪਾਂ ਇਹ ਪੜ੍ਹ ਲਿਆ ਵੀ ਇਲੈਕਟ੍ਰੋਮੈਗਨੈਟਿਕ ਵੇਵ ਆ, ਇਹਦਾ ਮਤਲਬ ਇਹਦੇ ਵਿੱਚ ਇਲੈਕਟ੍ਰਿਕ ਕੰਪੋਨੈਂਟ ਵੀ ਆ, ਮੈਗਨੈਟਿਕ ਕੰਪੋਨੈਂਟ ਵੀ ਆ। ਚੇਂਜਿੰਗ ਇਲੈਕਟ੍ਰਿਕ ਕੰਪੋਨੈਂਟ ਵਿਲ ਪ੍ਰੋਡਿਊਸ ਚੇਂਜਿੰਗ ਮੈਗਨੈਟਿਕ ਫੀਲਡ, ਉਹਨੂੰ ਹੀ ਅਸੀਂ ਇਲੈਕਟ੍ਰੋਮੈਗਨੈਟਿਕ ਵੇਵ ਕਹਿੰਦੇ ਹਾਂ। ਕਲੀਅਰ? ਹੁਣ ਪਹਿਲਾਂ ਤਾਂ ਪੜ੍ਹਦੇ ਆਏ ਆ ਵੀ ਸਟ੍ਰੇਟ ਲਾਈਨ ਚੱਲਦੀ ਆ, ਜਿਹੜੀ ਵੇਵ ਹੁੰਦੀ ਆ ਉਹ ਕਿੱਦਾਂ ਦੀ ਹੁੰਦੀ ਆ? ਇਲੈਕਟ੍ਰੋਮੈਗਨੈਟਿਕ ਵੇਵ ਆ ਜਿਹੜੀ ਉਹ ਸਾਈਨੋਸੋਇਡਲ ਉਹਦੀ ਨੇਚਰ ਹੁੰਦੀ ਆ। ਸਾਈਨੋਸੋਇਡਲ ਮਤਲਬ ਜਿੱਦਾਂ ਦੀ ਸਾਈਨ ਵੇਵ ਹੁੰਦੀ ਆ ਉਸੇ ਤਰ੍ਹਾਂ ਦੀ ਸ਼ਕਲ ਉਹਦੀ ਵੇਵ ਦੀ ਹੁੰਦੀ ਆ। ਕਿੱਦਾਂ ਦੀ? ਸਾਈਨ ਵੇਵ ਆ ਜਿਹੜੀ ਉਹ ਇੱਦਾਂ ਦੀ ਹੁੰਦੀ ਆ, ਸਾਈਨ ਜਾਂ ਕੌਸ ਵੇਵ। ਕੌਸ ਵੇਵ ਆ ਜਿਹੜੀ ਉਹ ਉੱਪਰੋਂ ਸ਼ੁਰੂ ਹੁੰਦੀ ਆ ਅਤੇ ਸਾਈਨ ਵੇਵ ਨੀਚੋਂ ਸ਼ੁਰੂ ਹੁੰਦੀ ਆ, ਕਿਉਂਕਿ ਕੌਸ ਦੀ 0 ਦੀ ਵੈਲਿਊ 1 ਹੁੰਦੀ ਆ ਅਤੇ ਸਾਈਨ ਦੀ 0 ਦੀ ਵੈਲਿਊ 0 ਹੁੰਦੀ ਆ। ਸੋ ਇਟ ਇਜ਼ ਜਸਟ ਲਾਈਕ ਦਿਸ ਸਾਈਨੋਸੋਇਡਲ ਵੇਵ। ਲਾਈਟ ਆ ਜਿਹੜੀ ਆਪਣੇ ਆ ਬਲਬ ਤੋਂ ਆ ਰਹੀ ਆ, ਇਟ ਇਜ਼ ਆਲਸੋ ਏ ਇਲੈਕਟ੍ਰੋਮੈਗਨੈਟਿਕ ਵੇਵ। ਤਾਂ ਇਹ ਫਿਰ ਕੰਟਰਾਡਿਕਸ਼ਨ ਦਿਮਾਗ 'ਚ ਆਉਂਦੀ ਆ ਵੀ ਆਪਾਂ ਤਾਂ ਪੜ੍ਹਦੇ ਆਏ ਵੀ ਸਟ੍ਰੇਟ ਲਾਈਨ ਚੱਲਦੀ ਆ, ਪਰ ਆਪਾਂ ਪੜ੍ਹਿਆ ਵੀ ਇਹ ਇਲੈਕਟ੍ਰੋਮੈਗਨੈਟਿਕ ਆ, ਤਾਂ ਇਹ ਤਾਂ ਵੇਵ ਦੀ ਤਰ੍ਹਾਂ ਹੈਗੀ ਆ। ਤਾਂ ਹੁਣ ਇੱਥੇ ਇਹਦਾ ਆਨਸਰ ਇਹ ਆ ਵੀ ਜਿਹੜੀ ਲਾਈਟ ਦੀ ਵੇਵ ਲੈਂਥ ਆ ਉਹ ਇੰਨੀ ਛੋਟੀ ਆ ਐਜ਼ ਕੰਪੇਅਰ ਟੂ ਦੀ ਅਦਰ ਆਬਜੈਕਟਸ ਵਿਚ ਵੀ ਕਮ ਅਕਰੋਸ ਡੇ ਬਾਏ ਡੇ। ਜਿਹੜੇ ਆਪਣੇ ਅੱਖਾਂ ਦੇ ਸਾਹਮਣੇ ਆਬਜੈਕਟਸ ਆਉਂਦੇ ਨੇ, ਵੇਵ ਲੈਂਥ ਆਫ ਲਾਈਟ ਇਜ਼ ਵੈਰੀ ਵੈਰੀ ਸਮੋਲ ਐਜ਼ ਕੰਪੇਅਰ ਟੂ ਦੀ ਸਾਈਜ਼ਸ ਆਫ ਦੀ ਆਬਜੈਕਟਸ। ਜਿਹੜੇ ਆਬਜੈਕਟਸ ਉਹ ਵੱਡੇ ਆ ਅਤੇ ਲਾਈਟ ਦੀ ਵੇਵ ਲੈਂਥ ਬਹੁਤ ਛੋਟੀ ਆ, ਇਸ ਕਰਕੇ ਸਾਨੂੰ ਉਹ ਸਟ੍ਰੇਟ ਲਾਈਨ ਹੀ ਲੱਗਦੀ ਆ। ਮਤਲਬ ਜੇ ਇਸ ਵੇਵ ਨੂੰ ਹੀ ਆਪਾਂ ਛੋਟੀ ਕਰਕੇ ਬਣਾ ਲਈਏ ਅਤੇ ਮੈਂ ਐਂ ਕਰਕੇ ਬਣਾਈ ਜਾਵਾਂ ਅਤੇ ਤੁਹਾਨੂੰ ਦੂਰੋਂ ਕੀ ਲੱਗੂਗਾ ਵੀ ਇਟ ਇਜ਼ ਅ ਸਟ੍ਰੇਟ ਲਾਈਨ, ਪਰ ਇਹਨੂੰ ਤੁਸੀਂ ਮਾਈਕਰੋਸਕੋਪਿਕ ਪੁਆਇੰਟ ਆਫ ਵਿਊ ਤੋਂ ਦੇਖੋਗੇ ਫਿਰ ਤੁਸੀਂ ਇਹਨੂੰ ਇੱਦਾਂ ਦੀ ਦੇਖ ਸਕਦੇ ਹੋ। ਕਲੀਅਰ? ਹੁਣ ਲਾਈਟ ਇੱਦਾਂ ਦੀ ਚੀਜ਼ ਆ ਵੀ ਇਹਦੀ ਜਿਹੜੀ ਵੈਲੋਸਿਟੀ ਹੈ ਇਹ ਫਾਸਟੈਸਟ ਹੈ। ਪਹਿਲਾਂ ਤਾਂ ਇਹਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਕਿੰਨੀ ਆ, ਪਰ ਜਦੋਂ ਹੀ ਅਸੀਂ ਇਹਨੂੰ ਮੇਜਰ ਕਰਨ ਦੇ ਕੈਪੇਬਲ ਹੋਏ, ਸਾਡੇ ਕੋਲ ਇੱਦਾਂ ਦੀ ਟੈਕਨੋਲੋਜੀ ਆਈ ਵੀ ਅਸੀਂ ਲਾਈਟ ਦੀ ਵੇਵ ਲੈਂਥ ਨੂੰ ਅਤੇ ਜਾਂ ਉਹਦੀ ਸਪੀਡ ਨੂੰ ਮੇਜਰ ਕਰ ਸਕਣ ਦੇ ਕਾਬਲ ਬਣ ਗਏ, ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜੀ ਲਾਈਟ ਦੀ ਸਪੀਡ ਆ ਉਹਨੂੰ ਅਸੀਂ C ਦੇ ਨਾਲ ਡਿਨੋਟ ਕਰਦੇ ਹਾਂ, ਐਂਡ ਇਟ ਇਜ਼ 2.99792458। ਇਸ ਤੋਂ ਬਾਅਦ ਯੂਨਿਟ ਲਿਖਣੀ ਨਹੀਂ ਭੁੱਲਣੀ, ਮੀਟਰ ਪਰ ਸੈਕਿੰਡ। ਤੋਂ ਇਹਨੂੰ ਅਸੀਂ ਨੀਅਰਲੀ ਇਕੁਅਲ ਟੂ ਲਿਖ ਲੈਂਦੇ ਹਾਂ 3 × 10⁸ ਮੀਟਰ ਪਰ ਸੈਕਿੰਡ। ਜਦੋਂ ਅਸੀਂ ਇਹ ਪੜ੍ਹ ਲਿਆ ਵੀ ਇਹ ਇਲੈਕਟ੍ਰੋਮੈਗਨੈਟਿਕ ਵੇਵ ਆ, ਇਹਦਾ ਮਤਲਬ ਇਹ ਹੋਇਆ ਵੀ ਇਹ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦਾ ਹੀ ਇੱਕ ਹਿੱਸਾ। ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਜਿਹਦੇ ਵਿੱਚ ਅਲਟਰਾਵਾਇਲਟ ਤੋਂ ਲੈ ਕੇ ਇਨਫਰਾਰੈੱਡ, ਫਾਰ ਇਨਫਰਾਰੈੱਡ ਤੱਕ ਸਾਰੀਆਂ ਵੇਵ ਲੈਂਥਸ ਆਉਂਦੀਆਂ, ਉਹਨਾਂ ਦੇ ਵਿੱਚੋਂ ਬਹੁਤੀਆਂ ਨੂੰ ਅਸੀਂ ਦੇਖ ਨਹੀਂ ਸਕਦੇ। ਤਾਂ ਕੁਦਰਤ ਦੇ ਇਹੋ ਜਿਹਾ ਸਿਸਟਮ ਸਾਡੀਆਂ ਆਈਜ਼ ਦੇ ਵਿੱਚ ਕੀਤਾ ਵੀ ਉਹਦੇ ਵਿੱਚੋਂ ਅਸੀਂ ਕੁਛ ਲਾਈਟ ਦੇਖ ਸਕਦੇ ਹਾਂ। ਕਿਹੜੀ ਲਾਈਟ ਦੇਖ ਸਕਦੇ ਹਾਂ? ਜਿਹਨੂੰ ਅਸੀਂ ਵਿਜ਼ੀਬਲ ਲਾਈਟ ਕਹਿੰਦੇ ਹਾਂ। ਅਤੇ ਵਿਜ਼ੀਬਲ ਲਾਈਟ ਉਸ ਸਪੈਕਟਰਮ ਦੇ ਵਿੱਚੋਂ ਸਿਰਫ ਅਸੀਂ ਕਹਿ ਦਈਏ ਵੀ 400 ਨੈਨੋਮੀਟਰ ਤੋਂ ਲੈ ਕੇ 750 ਨੈਨੋਮੀਟਰ ਤੱਕ ਇਹਦੀ ਵੇਵ ਲੈਂਥ ਲਾਈ ਕਰਦੀ ਆ, ਜਿਹਨੂੰ ਅਸੀਂ ਦੇਖ ਸਕਦੇ ਹਾਂ, ਜਿਹੜੀ ਅਬਜ਼ਰਵੇਬਲ ਆ, ਜਿਹੜੀ ਵਿਜ਼ੀਬਲ ਆ, ਜਿਹਦੇ ਵਿੱਚ 7 ਕਲਰ ਆਉਂਦੇ ਆ, ਜਿਹਦੇ ਕਰਕੇ ਸਾਨੂੰ ਸਾਰੀ ਦੁਨੀਆ ਰੰਗੀਲੀ ਦਿਸਦੀ ਆ, ਫੁੱਲ ਰੰਗਦਾਰ ਦਿਸਦੇ ਆ। ਆਪਾਂ ਨੂੰ ਸਾਰੇ ਪਤਾ ਕਲਰ ਦੇ, ਛੋਟੀਆਂ ਕਲਾਸਾਂ ਤੁਸੀਂ ਪੜ੍ਹੇ ਹੋਈ ਆ, ਰੇਨਬੋ ਤੋਂ ਪਤਾ ਲੱਗ ਗਿਆ ਸਾਨੂੰ ਵੀ ਉਹ 7 ਕਲਰਸ ਹੈਗੇ। ਹੁਣ ਇਸ ਤੋਂ ਬਾਅਦ ਆਪਾਂ ਕੱਲ੍ਹ ਥੋੜ੍ਹਾ ਜਿਹਾ ਪੜ੍ਹਿਆ ਸੀਗਾ ਬਈ ਰਿਫਲੈਕਸ਼ਨ ਕੀ ਆ। ਰਿਫਲੈਕਸ਼ਨ ਕੀ ਆ? ਇਟ ਇਜ਼ ਦੀ ਪਾਥ ਆਫ ਦੀ ਲਾਈਟ ਵੈਨ ਇਟ ਸਟਰਾਈਕਸ ਐਟ ਏ ਸ਼ਾਈਨਿੰਗ ਮਟੀਰੀਅਲ ਐਂਡ ਇਟ ਬਾਊਂਸਿਸ ਬੈਕ ਟੂ ਦੀ ਸੇਮ ਮੀਡੀਅਮ। ਸੇਮ ਮੀਡੀਅਮ ਦੇ ਵਿੱਚ ਵਾਪਸ ਆ ਜਾਂਦੀ ਆ। ਅਤੇ ਜਿਹੜੇ ਅਸੀਂ ਹੁਣ ਟੌਪਿਕ ਪੜ੍ਹਾਂਗੇ, ਰਿਫਲੈਕਸ਼ਨ ਪੜ੍ਹਾਂਗੇ ਇਸ ਚੈਪਟਰ ਦੇ ਵਿੱਚ, then we will come to refraction, then dispersion। ਇਹ 3 ਟੌਪਿਕ ਪੜ੍ਹਾਂਗੇ ਇਸ ਚੈਪਟਰ ਦੇ ਵਿੱਚ। ਮੇਨ ਹੈਡਿੰਗ ਇਹਦਾ ਇਟ ਇਜ਼ ਰੇ ਆਪਟਿਕਸ, ਕਿਉਂਕਿ ਇਹਦੇ ਵਿੱਚ ਅਸੀਂ ਲਾਈਟ ਨੂੰ ਐਜ਼ ਏ ਰੇ ਮੰਨ ਕੇ ਚੱਲਾਂਗੇ। ਇਸ ਤੋਂ ਬਾਅਦ ਉਸ ਤੋਂ ਅਗਲੇ ਚੈਪਟਰ ਦੇ ਵਿੱਚ ਆਪਾਂ ਇਹਨੂੰ ਐਜ਼ ਏ ਵੇਵ ਮੰਨ ਕੇ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਨੇ, ਜਿਹੜੇ ਫਿਨੋਮੀਨਾ ਕਵਰ ਹੁੰਦੇ ਆ ਐਜ਼ ਏ ਵੇਵ, ਤਾਂ ਉਦੋਂ ਫਿਰ ਆਪਾਂ ਹਾਈਜਨ ਪ੍ਰਿੰਸੀਪਲ ਵਗੈਰਾ, ਵੇਵ ਥਿਊਰੀ ਆਫ ਲਾਈਟ ਪੜ੍ਹਾਂਗੇ।
ਰਿਫਲੈਕਸ਼ਨ ਦੇ ਵਿੱਚ ਕੀ ਸੀ ਵੀ ਜਦੋਂ ਕਿਸੇ ਚਮਕਦਾਰ ਸਤ੍ਹਾ ਦੇ ਉੱਤੇ, ਚਮਕਦਾਰ ਸਤ੍ਹਾ ਆਪਾਂ ਕੱਲ ਪਲੇਨ ਮਿਰਰ ਬਾਰੇ ਪੜ੍ਹਿਆ ਸੀ ਵੀ ਪਲੇਨ ਮਿਰਰ ਆ ਸਾਡੇ ਕੋਲ। ਪਲੇਨ ਮਿਰਰ ਐਕਚੁਅਲੀ ਇਟ ਇਜ਼ ਸਮਵਟ ਡੈਪਥ ਇਟ ਹੈਜ਼ ਆਲਸੋ। ਸੋ ਨੀਚੇ ਵਾਲੇ ਪਾਸੇ ਇਹਦੇ ਅਸੀਂ ਪੋਲਿਸ਼ ਕਰ ਦਿੰਦੇ ਹਾਂ। ਜਿਹੜੀ ਪੋਲਿਸ਼ ਹੁੰਦੀ ਹੈ ਇਹ ਰਿਫਲੈਕਟਿੰਗ ਹੁੰਦੀ ਹੈ। ਪਹਿਲਾਂ ਇਹ ਇਕੱਲਾ ਗਲਾਸ ਹੀ ਹੁੰਦਾ, ਪਰ ਗਲਾਸ ਤੋਂ ਬਾਅਦ ਜਦੋਂ ਅਸੀਂ ਨੀਚੇ ਵਾਲੇ ਪਾਸੇ ਪੋਲਿਸ਼ ਕਰ ਦਾਂਗੇ ਤਾਂ ਉੱਪਰਲਾ ਪਾਸਾ ਸਾਡਾ ਇਹ ਸ਼ਾਈਨਿੰਗ ਪੋਰਸ਼ਨ ਬਣ ਜਾਂਦਾ। ਹੁਣ ਕੋਈ ਵੀ ਰੇ ਆਫ ਲਾਈਟ ਇਹਦੇ ਉੱਤੇ ਇੰਸੀਡੈਂਟ ਹੁੰਦੀ ਆ ਦੈਨ ਇਟ ਇਜ਼ ਕਾਲਡ ਇੰਸੀਡੈਂਟ ਰੇ। ਜਿੱਥੇ ਸਟਰਾਈਕ ਕਰਦੀ ਆ ਦਿਸ ਪੁਆਇੰਟ ਇਜ਼ ਕਾਲਡ ਪੁਆਇੰਟ ਆਫ ਇੰਸੀਡੈਂਸ। ਇਹਨੂੰ ਜਨਰਲੀ ਅਸੀਂ O ਦੇ ਨਾਲ ਰਿਪਰੈਜ਼ੈਂਟ ਕਰਦੇ ਆ, ਪੁਆਇੰਟ ਆਫ ਇੰਸੀਡੈਂਸ। ਇੱਥੇ ਅਸੀਂ ਇੱਕ ਨਾਰਮਲ ਬਣਾਉਂਦੇ ਆ। ਨਾਰਮਲ ਇਜ਼ ਡਿਨੋਟਡ ਬਾਈ N। ਨਾਰਮਲ ਕੀ ਹੁੰਦਾ? ਨਾਰਮਲ ਐਕਚੁਅਲੀ ਜਿਹੜੀ ਆ ਸਰਫੇਸ ਆ ਉਹਦੇ ਉੱਤੇ ਪਰਪੈਂਡੀਕੂਲਰ ਆ, ਹੋਰ ਕੁਛ ਨਹੀਂ ਇਹ। ਸੋ ਇਟ ਇਜ਼ ਦੀ ਪਰਪੈਂਡੀਕੂਲਰ ਟੂ ਦੀ ਰਿਫਲੈਕਟਿੰਗ ਸਰਫੇਸ। ਹੁਣ ਦੀ ਐਂਗਲ ਮੇਡ ਬਾਈ ਇੰਸੀਡੈਂਟ ਰੇ ਵਿਦ ਨਾਰਮਲ ਇਜ਼ ਕਾਲਡ ਐਂਗਲ ਆਫ ਇੰਸੀਡੈਂਸ। ਇਹ ਯਾਦ ਰੱਖਣਾ। ਇੱਥੇ ਬੱਚੇ ਗਲਤੀ ਕਰਦੇ ਆ। ਕੀ ਗਲਤੀ ਕਰਦੇ? ਆਪਾਂ ਨੂੰ ਆਦਤ ਪਈ ਹੁੰਦੀ ਆ ਜਦੋਂ ਅਸੀਂ ਐਂਗਲ ਬਣਾਉਂਦੇ ਆ ਨਾ, ਆਪਾਂ ਬੇਸ ਦੇ ਨਾਲ ਐਂਗਲ ਬਣਾਉਣ ਦੀ ਆਦਤ ਪਈ ਹੁੰਦੀ ਹੈ ਅਤੇ ਬੇਸ ਦੇ ਨਾਲ ਐਂਗਲ ਜਿੱਥੇ ਲੋੜ ਉੱਥੇ ਬਣਾਉਣਾ ਹੀ ਆ, ਪਰ ਇਸ ਜਗ੍ਹਾ ਦੇ ਉੱਤੇ ਜਿਹੜਾ ਐਂਗਲ ਆਫ ਇੰਸੀਡੈਂਸ ਆ ਉਹ ਵਿਦ ਨਾਰਮਲ ਆ। ਇਹ ਯਾਦ ਰੱਖਿਓ। ਚਾਹੇ ਇੰਸੀਡੈਂਟ ਰੇ ਆ, ਚਾਹੇ ਇਸ ਤੋਂ ਬਾਅਦ ਇਹਨੇ ਰਿਫਲੈਕਟ ਹੋ ਕੇ ਵਾਪਸ ਜਾਣਾ ਉਸੇ ਮੀਡੀਅਮ ਦੇ ਵਿੱਚ, ਦੈਨ angle of reflection is also with normal, so it is denoted by R. So this is our reflected ray ਤੇ ਇਹ ਸਾਡੀ ਸੀਗੀ incident ray। ਨੇਚਰ ਦੇ ਲਾਅ ਨੇ, ਨੇਚਰ ਦੇ ਵਿੱਚ ਹੀ ਇਹ ਫਿਨੋਮੇਨਾ ਅਕਰ ਕਰਦਾ, ਪਰ ਇਹ ਸਾਨੂੰ ਇਹਦੇ ਜਿਹੜੇ ਲਾਜ਼ ਨੇ, ਕਿਹੜੇ ਲਾਜ਼ ਦੇ ਅੰਡਰ ਇਹ ਗਵਰਨ ਹੁੰਦਾ, ਉਹਨੂੰ ਅਸੀਂ ਕਹਿੰਦੇ ਆ ਸਨੈਲਜ਼ ਲਾ। ਸੋ ਸਨੈਲਜ਼ ਲਾ ਆਫ ਰਿਫਲੈਕਸ਼ਨ ਕੀ ਆ? ਪਹਿਲਾ that angle of incidence is always equal to angle of reflection. So this was the first one. ਜਿੰਨਾ angle of incidence ਹੋਏਗਾ it will be equal to angle of reflection, ਚਾਹੇ ਸਰਫੇਸ ਕਰਵਡ ਹੋਵੇ ਚਾਹੇ ਹੋਵੇ ਪਲੇਨ। ਜਿਵੇਂ ਇੱਥੇ ਪਲੇਨ ਮਿਰਰ ਆਏ, ਹੁਣ ਸਪੋਜ਼ ਕਰ ਲਈਏ ਇਹਦੀ ਜਗ੍ਹਾ ਦੇ ਉੱਤੇ ਸਾਡੇ ਕੋਲੇ ਕੋਈ ਐਦਾਂ ਦੀ ਸਰਫੇਸ ਸੀ, ਐਦਾਂ ਦਾ ਗਲਾਸ ਆ, ਇਹਦੇ ਨੀਚਲੇ ਪਾਸੇ ਪੋਲਿਸ਼ ਕੀਤੀ ਹੋਈ ਆ। ਜੇ ਨੀਚੇ ਵਾਲੇ ਪਾਸੇ ਪੋਲਿਸ਼ ਕਰਤੀ ਤਾਂ ਉੱਪਰਲਾ ਪਾਸਾ ਚਮਕਦਾਰ ਦਿਖਾਈ ਦੇਊਗਾ। ਹੁਣ ਜੇਕਰ ਇੱਥੇ ਕੋਈ ਰੇ ਆਫ ਲਾਈਟ ਆਉਂਦੀ ਆ, ਸਪੋਜ਼ ਕਰੋ ਇੱਥੋਂ ਕੋਈ ਰੇ ਆਫ ਲਾਈਟ ਇੰਸੀਡੈਂਟ ਹੋ ਗਈ, then we will make a normal perpendicular to this surface. Actually this perpendicular is on the tangent at this point. ਜੇ ਅਸੀਂ ਇੱਥੇ ਇੱਕ ਟੇਂਜੈਂਟ ਬਣਾ ਲਈਏ ਜਿਹੜੇ ਪੁਆਇੰਟ ਤੇ ਇੰਸੀਡੈਂਸ ਆ, that will be called point of incidence. ਇੰਸੀਡੈਂਟ ਪੁਆਇੰਟ ਦੇ ਉੱਤੇ ਇੱਕ ਟੇਂਜੈਂਟ ਡਰਾਅ ਕਰ ਲਈਏ ਤੇ ਟੇਂਜੈਂਟ ਦੇ ਉੱਤੇ ਆਹ ਵਾਲੀ ਲਾਈਨ ਕੀ ਆ? ਨਾਰਮਲ। ਨਾਰਮਲ ਮੀਨਸ ਪਰਪੈਂਡੀਕੂਲਰ। ਤਾਂ ਇੱਦਾਂ ਅਸੀਂ ਇੱਥੇ ਐਂਗਲ ਆਫ ਇੰਸੀਡੈਂਸ ਲਿਖਾਂਗੇ, ਦੈਨ ਐਂਗਲ ਆਫ ਰਿਫਲੈਕਸ਼ਨ ਵਿਲ ਬੀ ਇਕੁਅਲ ਟੂ ਦੀ ਐਂਗਲ ਆਫ ਇੰਸੀਡੈਂਸ। ਮਤਲਬ ਸਰਫੇਸ ਜਿੱਦਾਂ ਦੀ ਮਰਜ਼ੀ ਹੋਵੇ, ਅਸੀਂ ਜਿੱਥੇ ਪੁਆਇੰਟ ਆਫ ਇੰਸੀਡੈਂਸ ਆ ਉੱਥੇ ਕੀ ਦੇਖਣਾ? ਉੱਥੇ ਟੇਂਜੈਂਟ ਡਰਾਅ ਕਰਨਾ। ਇੱਥੇ ਤਾਂ ਜਿਹੜਾ ਟੇਂਜੈਂਟ ਹੋਊਗਾ ਉਹ ਅਲੋਂਗ ਦੀ ਸਰਫੇਸ ਹੀ ਹੋਏਗਾ, ਅਤੇ ਇੱਥੇ ਅਸੀਂ ਜਿੱਥੇ ਵੀ ਪੁਆਇੰਟ ਆਫ ਇੰਸੀਡੈਂਸ ਆ ਉੱਥੇ ਟੇਂਜੈਂਟ ਬਣਾ ਕੇ ਡਰਾਅ ਕਰਨ ਦੀ ਲੋੜ ਨਹੀਂ। ਯੂ ਵਿਲ ਜਸਟ ਇਮੈਜਿਨ ਦੀ ਟੇਂਜੈਂਟ ਐਂਡ ਉਦੋਂ ਬਾਅਦ ਪਰ ਨਾਰਮਲ ਅਸੀਂ ਡਰਾ ਕਰਨਾ। ਬੇਟੇ ਮੇਰੀ ਕਲਾਸ 'ਚ ਇੱਦਾਂ ਨਹੀਂ ਬਣਾ, ਸਿੱਧੇ ਹੋ ਕੇ ਬਣਾ। ਕਲੀਅਰ? ਸੋ ਦਿਸ ਵਾਜ਼ ਦੀ ਫਸਟ ਸਨੈਲਜ਼ ਲਾ। ਸੈਕਿੰਡ, ਇੰਸੀਡੈਂਟ ਰੇ, ਰਿਫਲੈਕਟਡ ਰੇ, normal and point of incidence, they all lie in the same plane. ਆ ਤਿੰਨੇ ਚਾਰੇ ਚੀਜ਼ਾਂ ਇੱਕੋ ਹੀ ਪਲੇਨ 'ਚ ਲਾਈ ਕਰਨਗੀਆਂ। ਕੀ ਮਤਲਬ ਹੈ ਇਹਦਾ? ਵੀ ਜੇ ਆਹ ਬੋਰਡ ਸੀਗਾ ਅਤੇ ਬੋਰਡ ਦਾ ਪਲੇਨ ਦੇ ਅਲੋਂਗ ਇੰਸੀਡੈਂਟ ਰੇ ਆਈ, ਦੈਨ ਇਟ ਕੈਨ ਨਾਟ ਗੋ ਆਊਟ ਆਫ ਦੀ ਪਲੇਨ, ਉਸੇ ਪਲੇਨ 'ਚ ਰਹੂਗੀ। ਸੋ ਇਸੇ ਕਰਕੇ ਜਿਹੜੀ ਰੇ ਆਫ ਲਾਈਟ ਇੱਥੋਂ ਆਈ ਆ ਉਹ ਇਸੇ ਪਲੇਨ 'ਚ ਵਾਪਸ ਜਾਣੀ ਆ, ਅਤੇ ਨਾਰਮਲ ਵੀ ਉਸੇ ਪਲੇਨ 'ਚ ਰਹੇਗਾ। ਕਲੀਅਰ? ਸੋ ਇਹ ਹੋਰ ਕਿਸੇ ਪਲੇਨ 'ਚ ਨਹੀਂ ਜਾ ਸਕਦੀ, ਉਸੇ ਪਲੇਨ 'ਚ ਹੀ ਰਹੂਗੀ। ਤੀਸਰਾ ਪੁਆਇੰਟ ਕੀ ਦੱਸਿਆ ਸੀ ਕੱਲ੍ਹ? ਬੋਲੋ ਬਈ। ਇੱਕ ਪੁਆਇੰਟ ਹੋਰ ਦੱਸਿਆ ਸੀ ਕੱਲ੍ਹ।
ਸੇਮ ਪਲੇਨ ਹੋ ਗਿਆ। ਤੀਸਰੀ ਗੱਲ ਇਹ ਆ ਵੀ ਜਿਹੜੇ ਇਹ ਲਾਅ ਨੇ, ਜਿਹੜੇ ਆਪਾਂ ਦੋਨੇ ਚੀਜ਼ਾਂ ਪੜ੍ਹੀਆਂ ਨੇ, these are applicable to all surfaces, spherical surfaces, curved surfaces, plane surfaces ਵਾਸਤੇ ਤਾਂ ਹੈਗਾ ਹੀ ਆ। ਸੋ ਤਿੰਨੇ ਇਹ ਜਿਹੜੇ ਪੁਆਇੰਟ ਨੇ ਜਿਹੜੇ ਤੁਹਾਨੂੰ ਦੱਸੇ ਆ। ਸੋ ਦੂਸਰਾ ਕੀ ਸੀਗਾ? ਇੰਸੀਡੈਂਟ ਰੇ, ਰਿਫਲੈਕਟਡ ਰੇ, normal and point of incidence lie in same plane। ਤੇ ਥਰਡ ਵਨ ਕੀ ਆ ਜੀ? ਆ ਜਿਹੜੇ ਪਹਿਲੇ ਤੇ ਦੋ ਆਪਾਂ ਪੜ੍ਹੇ ਆ ਹੁਣ। ਸੋ all of these lie in same all of these applicable to all surfaces, applicable to all surfaces। ਸੋ ਇਹ ਸੀਗਾ ਸਨੈਲਜ਼ਲਾ। ਹੁਣ ਅਸੀਂ ਇਸ ਤੋਂ ਬਾਅਦ ਆਉਂਦੇ ਹਾਂ ਵੀ ਜਿਹੜੇ ਸਾਡੇ ਸਫੈਰੀਕਲ ਮਿਰਰਸ ਨੇ ਉਹ ਕੀ ਨੇ। ਜਿਹੜੇ ਸਫੈਰੀਕਲ ਮਿਰਰ ਨੇ ਉਹ ਕੀ ਚੀਜ਼ ਆ? ਸਫੈਰੀਕਲ ਮਿਰਰ ਕਿਉਂ ਕਿਹਾ ਜਾਂਦਾ? ਆਪਾਂ ਪੜਾਂਗੇ ਦੋ ਤਰ੍ਹਾਂ ਦੇ ਸਫੈਰੀਕਲ ਮਿਰਰ ਇੱਥੇ। ਫਸਟ ਵਨ ਇਜ਼ ਕਨਕੇਵ ਮਿਰਰ ਐਂਡ ਸੈਕੰਡ ਵਨ ਇਜ਼ ਕਨਵੈਕਸ ਮਿਰਰ। ਇਹਨਾਂ ਨੂੰ ਸਫੈਰੀਕਲ ਮਿਰਰ ਕਿਉਂ ਕਿਹਾ ਜਾਂਦਾ? ਬਿਕੋਜ਼ ਦੇ ਆਰ ਏ ਪਾਰਟ ਆਫ ਏ ਸਫੀਅਰ। ਸਫੀਅਰ ਦਾ ਪਾਰਟ ਨੇ। ਅਸੀਂ ਇੱਕ ਗਲਾਸ ਦਾ ਸਫੀਅਰ ਬਣਾਉਂਦੇ ਆ। ਸੋ ਇਮੈਜਿਨ ਇਟ ਇਜ਼ ਅ ਸਫੀਅਰ ਬਣਾ ਲਿਆ ਗਲਾਸ ਦਾ। ਉਸ ਤੋਂ ਬਾਅਦ ਅਸੀਂ ਉਹਦੇ ਤੋਂ ਛੋਟੇ ਛੋਟੇ ਪੀਸਿਸ ਗਲਾਸ ਦੇ ਕੱਟਣੇ ਆ ਰਾਊਂਡ। ਜਿਵੇਂ ਆਪਾਂ ਜਦੋਂ ਘਰੇ ਕੋਈ ਮੱਠੀਆਂ ਵਗੈਰਾ ਬਣਾਉਂਦੇ ਆ ਤੁਹਾਡੇ ਪੇਰੈਂਟਸ, ਮਦਰ ਤੁਹਾਡੇ, ਤਾਂ ਉਦੋਂ ਕੀ ਕਰਦੇ ਆ? ਉਦੋਂ ਆਟੇ ਨੂੰ ਵੇਲ ਲੈਂਦੇ ਆ। ਵੇਲ ਕੇ ਫਿਰ ਕਿਸੇ ਭਾਂਡੇ ਦੇ ਢੱਕਣ ਦੇ ਨਾਲ ਉਹਦੇ ਉੱਤੋਂ ਸੇਮ ਸਾਈਜ਼ ਦੀਆਂ ਸਰਕੂਲਰ ਪਾਰਟਸ ਕੱਟ ਲਏ ਜਾਂਦੇ ਆ। ਠੀਕ ਆ, ਇੱਦਾਂ ਹੀ ਕਰਦੇ ਆ। ਫਿਰ ਉਹਨੂੰ ਫਰਾਈ ਕਰ ਦਿੰਦੇ ਆ। ਸੋ ਉਸੇ ਤਰ੍ਹਾਂ ਜਿਹੜੀ ਅਸੀਂ ਇਹ ਹੋਲੋ ਸਫੀਅਰ ਕੰਸੀਡਰ ਕੀਤਾ, ਸਪੋਜ਼ ਇਟ ਇਜ਼ ਏ ਹੋਲੋ ਸਫੀਅਰ ਆਫ ਗਲਾਸ, ਇਹਦੀ ਸਰਫੇਸ ਤੋਂ ਅਸੀਂ ਗੋਲ ਰਾਊਂਡ ਪੀਸਿਸ ਕੱਟ ਲੈਣੇ ਆ। ਸੋ ਕਿੱਦਾਂ ਦੇ ਹੋਣਗੇ ਉਹ? ਜੇ ਮੈਂ ਉਹਨੂੰ ਇਸ ਤਰੀਕੇ ਨਾਲ ਬਣਾਵਾਂ ਤਾਂ ਉਹ ਇੱਦਾਂ ਦੀ ਸ਼ੇਪ ਹੋਏਗੀ। ਸੋ ਇਟ ਵਿਲ ਜਸਟ ਲਾਈਕ ਏ ਹਾਫ ਮੂਨ, ਜਿਸ ਤਰ੍ਹਾਂ ਦਾ ਹਾਫ ਮੂਨ ਹੁੰਦਾ, ਸੋ ਉੱਦਾਂ ਦੀ ਸ਼ੇਪ ਹੋਏਗੀ। ਸੋ ਥੋੜ੍ਹਾ ਜਿਹਾ ਇਹ ਗਲਾਸ ਦੀ ਸਰਫੇਸ ਅਸੀਂ ਮੋਟੀ ਬਣਾ ਸਕਦੇ ਹਾਂ। ਹੁਣ ਜੇਕਰ ਸੈਕਿੰਡ ਥਿੰਗ ਇਜ਼, ਇੱਥੇ ਤੱਕ ਇਹ ਗਲਾਸ ਆ। ਹੁਣ ਜੇਕਰ ਅਸੀਂ ਪੋਲਿਸ਼ ਕਰਦੇ ਹਾਂ ਇੱਧਰਲੇ ਪਾਸੇ, ਜੇ ਇੱਧਰਲੇ ਪਾਸੇ ਪੋਲਿਸ਼ ਕਰਤੀ ਤਾਂ ਇਹਦਾ ਸ਼ਾਈਨਿੰਗ ਪੋਰਸ਼ਨ ਕਿਹੜਾ ਬਚੂਗਾ? ਇੱਧਰਲੇ ਪਾਸੇ। ਸੋ ਦੀ ਆਊਟਰ ਕਰਵਡ ਵਿਲ ਬੀ ਸ਼ਾਈਨਿੰਗ। ਸੋ ਇਹ ਬਣ ਗਿਆ ਸਾਡਾ ਕਨਵੈਕਸ ਮਿਰਰ। ਤੇ ਜੇ ਅਸੀਂ ਬਾਹਰਲੇ ਪਾਸੇ ਪੋਲਿਸ਼ ਕਰਤੀ, ਫਿਰ ਜਿਹੜਾ ਇਨਸਾਈਡ ਆਫ ਦੀ ਸਫੈਰੀਕਲ ਕਰਵਡ ਸਰਫੇਸ ਆ ਉਹ ਕੀ ਬਣ ਜੂਗਾ? ਸ਼ਾਈਨਿੰਗ ਬਣ ਜੂਗਾ। ਤਾਂ ਇਟ ਵਿਲ ਬੀ ਏ ਕਨਕੇਵ ਮਿਰਰ। ਸੋ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਕੀ ਕਹਿੰਦੇ ਆ? ਸਫੈਰੀਕਲ ਮਿਰਰਸ, ਕਨਕੇਵ ਐਂਡ ਕਨਵੈਕਸ। ਹੁਣ ਅਸੀਂ ਆਉਂਦੇ ਹਾਂ ਅੱਗੇ ਵੀ ਕਿਹੜੇ ਲਾਜ਼ ਦੇ ਅਕੋਰਡਿੰਗ, ਕਿਹੜੇ ਰੂਲਸ ਦੇ ਅਕੋਰਡਿੰਗ ਅਸੀਂ ਇਹਨਾਂ ਦੇ ਨਾਲ ਮੈਥਮੈਟੀਕਲੀ ਟਰੀਟ ਕਰਦੇ ਹਾਂ, ਇਹਨਾਂ ਦੇ ਨਾਲ ਇਮੇਜ ਫਾਰਮੇਸ਼ਨ ਅਸੀਂ ਦੇਖਦੇ ਹਾਂ। ਸੋ ਦੇਖੀਏ। image formation. So we will consider one concave mirror, the distance between top to bottom, मतलब जितना डिस्टेंस आ इनू असीं की कहने आ? अपर्चर ऑफ द मिरर। सो इत्थे जे मैं पॉइंट इनू ए ते बी मान ला तो then AB is aperture of the mirror। curvature की हुंदा जी? curvature is the round portion of the sphere of which this mirror is a part। सो जिन्नी इहदी गुलाई होएगी ਉਹ ਇਹਦਾ ਕਰਵੇਚਰ ਆ। तो जे आप कहीए भी करवेचर ज़्यादा होए, करवेचर ज़्यादा का मतलब
ਸਫੀਅਰ ਦਾ ਰੇਡੀਅਸ ਕੀ ਹੋਏਗਾ, ਜ਼ਿਆਦਾ ਹੋਏਗਾ। ਉਹ ਸਫੀਅਰ ਵੱਡਾ ਹੋਏਗਾ, ਉਹਦਾ ਕਰਵੇਚਰ ਵੱਡਾ ਹੋਏਗਾ, ਅਤੇ ਉੱਥੇ ਗੁਲਾਈ ਕੀ ਹੋਏਗੀ, ਘੱਟ ਹੋਏਗੀ। ਅਤੇ ਜੇਕਰ ਅਸੀਂ ਕਰਵੇਚਰ ਛੋਟਾ ਲਵਾਂਗੇ, ਕਰਵੇਚਰ ਛੋਟੇ ਦਾ ਮਤਲਬ ਕੀ ਆ ਵੀ ਉਹਦਾ ਸਫੀਅਰ ਆ ਜਿਹੜਾ ਉਹ ਛੋਟਾ ਹੋਏਗਾ ਅਤੇ ਉਹਦੀ ਗੁਲਾਈ ਉਨੀ ਹੀ ਜ਼ਿਆਦਾ ਹੋਏਗੀ। ਹੁਣ ਅਸੀਂ ਕੰਸੀਡਰ ਕਰਦੇ ਹਾਂ ਵੀ ਇਹਦੇ ਸੈਂਟਰ ਦੇ ਵਿੱਚ ਆਹ ਜਿਹੜਾ ਸੈਂਟਰ ਆ ਇਹ ਕੋਈ ਸਾਈਡ 'ਤੇ ਨਹੀਂ ਸੈਂਟਰ ਹੈਗਾ। ਜੇਕਰ ਇਹਨੂੰ ਮੈਂ ਇਸ ਤਰੀਕੇ ਨਾਲ ਰੱਖ ਲਾਂ ਇਸੇ ਮਿਰਰ ਨੂੰ ਤਾਂ ਇਹ ਵਿਚਾਲੇ ਵਾਲਾ ਪੁਆਇੰਟ ਆ, ਸੈਂਟਰ ਆਫ ਦੀ ਮਿਰਰ। ਵਿਚਾਲੇ ਵਾਲੇ ਪੁਆਇੰਟ ਨੂੰ ਅਸੀਂ ਕੀ ਕਹਿੰਦੇ ਆ, ਪੋਲ। ਪੋਲ ਦੇ ਵਿੱਚੋਂ ਦੀ ਜਿਹੜੀ ਇੱਕ ਲਾਈਨ ਲੰਘਦੀ ਆ, ਦਿਸ ਲਾਈਨ ਇਜ਼ ਕਾਲਡ ਪ੍ਰਿੰਸੀਪਲ ਐਕਸਿਸ, ਜਿਹਦੇ ਉੱਤੇ ਅਸੀਂ ਰੱਖ ਕੇ ਕੋਈ ਆਬਜੈਕਟ ਜਿਹਦੀ ਰੇ ਡਾਇਗਰਾਮ ਬਣਾਉਣੇ। ਹੁਣ ਜਿਹੜੀਆਂ ਵੀ ਰੇਜ਼ ਆਫ ਲਾਈਟ ਪ੍ਰਿੰਸੀਪਲ ਐਕਸਿਸ ਦੇ ਪੈਰਲਰ ਆਉਂਦੀਆਂ ਨੇ, ਸਪੋਜ਼ ਦੀਜ਼ ਆਰ ਦੀ ਪੈਰਾਐਕਸੀਅਲ ਰੇਜ਼। ਪੈਰਾਐਕਸੀਅਲ ਰੇਜ਼ ਮੀਨਸ ਜਿਹੜੀਆਂ ਰੇਜ਼ ਪੋਲ ਦੇ ਨੇੜੇ ਆ ਕੇ ਸਟਰਾਈਕ ਕਰਦੀਆਂ, ਨੇੜੇ ਜਿਹੜੀਆਂ ਆਹ ਰੇਜ਼ ਨੇ ਉਹਨਾਂ ਨੂੰ ਪੈਰਾਐਕਸੀਅਲ ਰੇਜ਼ ਕਹਾਂਗੇ। ਜਿਹੜੀਆਂ ਰੇਜ਼ ਮਿਰਰ ਦੇ ਬਿਲਕੁਲ ਐਂਡ 'ਤੇ ਆ ਕੇ ਪੈਣਗੀਆਂ ਉਹਨਾਂ ਨੂੰ ਮਾਰਜਨਲ ਰੇਜ਼ ਕਿਹਾ ਜਾਂਦਾ। ਤੋ ਆਪਾਂ ਇੱਥੇ ਕੰਸੀਡਰ ਕਰਾਂਗੇ ਸਿਰਫ ਪੈਰਾਐਕਸੀਅਲ ਰੇਜ਼ ਜਿਹੜੀਆਂ ਨੇੜੇ ਆਉਂਦੀਆਂ ਨੇ, ਪੋਲ ਦੇ ਨੇੜੇ ਸਟਰਾਈਕ ਕਰਦੀਆਂ। ਸੋ ਅਸੀਂ 4 ਰੇਜ਼ ਕੰਸੀਡਰ ਕਰ ਲਈਆਂ ਜਿਹੜੀਆਂ ਪੈਰਲਲ ਟੂ ਦੀ ਪ੍ਰਿੰਸੀਪਲ ਐਕਸਿਸ ਆਈਆਂ ਸੀ ਆਫਟਰ ਰਿਫਲੈਕਸ਼ਨ ਫਰੋਮ ਮਿਰਰ। ਕਿੱਥੋਂ ਦੀ ਲੰਘਣਗੀਆਂ, ਇੱਕ ਪੁਆਇੰਟ ਤੋਂ ਦੀ ਲੰਘਦੀਆਂ ਨੇ। ਸੋ ਇਸ ਪੁਆਇੰਟ ਨੂੰ ਅਸੀਂ ਕਹਿੰਦੇ ਆ ਫੋਕਸ ਆਫ ਦੀ ਸਫੈਰੀਕਲ ਮਿਰਰ। ਮੋਰ ਜਨਰਲੀ ਇਹਨੂੰ ਪ੍ਰਿੰਸੀਪਲ ਫੋਕਸ ਵੀ ਕਹਿ ਦਿੱਤਾ ਜਾਂਦਾ। ਤਾਂ ਜਿਹੜਾ ਡਿਸਟੈਂਸ ਆ ਪੋਲ ਤੋਂ ਲੈ ਕੇ ਫੋਕਸ ਤੱਕ ਦਾ, ਇਹਨੂੰ ਅਸੀਂ ਕਹਿੰਦੇ ਆ ਫੋਕਲ ਲੈਂਥ। ਛੋਟੀ ਐਫ ਦੇ ਨਾਲ ਇਹਨੂੰ ਡਿਨੋਟ ਕਰਦੇ ਆ। ਉਦੋਂ ਬਾਅਦ ਇਹ ਦੇਖਿਆ ਗਿਆ ਵੀ ਜਿਹੜੀ ਫੋਕਲ ਲੈਂਥ ਆ ਉਹਦਾ ਜਿਹੜਾ ਡਬਲ ਡਿਸਟੈਂਸ ਆ, ਦੀ ਡਿਸਟੈਂਸ ਡਬਲ ਫਰੋਮ ਫੋਕਲ ਲੈਂਥ ਇਜ਼ ਏ ਪੁਆਇੰਟ ਵਿਚ ਇਜ਼ ਐਕਚੁਅਲੀ ਦੀ ਸੈਂਟਰ ਆਫ ਦੀ ਸਫੀਅਰ ਆਫ ਵਿਚ ਦਿਸ ਮਿਰਰ ਇਜ਼ ਏ ਪਾਰਟ। ਜਿਹੜੇ ਸਫੀਅਰ 'ਚੋਂ ਇਹਨੂੰ ਕੱਟਿਆ ਗਿਆ ਉਸੇ ਸਫੀਅਰ ਦਾ ਸੈਂਟਰ ਆ ਜਾਂਦਾ ਜੇ ਆਪਾਂ ਫੋਕਸ ਤੋਂ ਡਬਲ ਡਿਸਟੈਂਸ ਅੱਗੇ ਕਰ ਲਈਏ। ਸੋ ਦਿਸ ਪੁਆਇੰਟ ਇਜ਼ ਕਾਲਡ ਸੈਂਟਰ ਆਫ ਕਰਵੇਚਰ। ਤੇ ਜਿਹੜਾ ਡਿਸਟੈਂਸ ਬਿਟਵੀਨ ਪੋਲ ਐਂਡ ਸੈਂਟਰ ਆਫ ਕਰਵੇਚਰ ਆ ਇਹਨੂੰ ਅਸੀਂ ਕਹਿੰਦੇ ਆ ਕੈਪੀਟਲ ਆਰ। ਇਟ ਇਜ਼ ਦੀ ਰੇਡੀਅਸ ਆਫ ਦੀ ਕਰਵੇਚਰ। ਸੋ ਸੇਮ ਪੈਰਾਮੀਟਰਸ ਆਰ ਵਿਦ ਕਨਵੈਕਸ ਮਿਰਰ। ਸੋ ਅਸੀਂ ਇੱਥੇ ਕਨਕੇਵ ਦੇ ਨਾਲ ਹੁਣ ਅਸੀਂ ਇਹ ਦੇਖਾਂਗੇ ਬਈ ਫੋਕਲ ਲੈਂਥ ਆ ਜਿਹੜੀ ਤੇ ਰੇਡੀਅਸ ਆਫ ਕਰਵੇਚਰ, ਇਹਦਾ ਰਿਲੇਸ਼ਨ ਕੀ ਆ ਆਪਸ 'ਚ। ਜਿਵੇਂ ਆਪਾਂ ਹੁਣੇ ਪਹਿਲਾਂ ਦੱਸ ਚੁੱਕੇ ਹਾਂ ਵੀ ਇਹ ਜਿਹੜਾ ਆਰ ਆ ਇਟ ਇਜ਼ ਡਬਲ ਫਰੋਮ ਫੋਕਲ ਲੈਂਥ, ਡਬਲ ਹੁੰਦਾ। ਪਰ ਹੁਣ ਅਸੀਂ ਇਹਨੂੰ ਪ੍ਰੂਵ ਕਰਾਂਗੇ। ਸੋ ਦੇਖੀਏ ਧਿਆਨ ਨਾਲ, ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਵੀ ਇੰਪੋਰਟੈਂਟ ਆ। ਇਹਦੇ ਨਾਲ ਤੁਸੀਂ ਨੂਮੈਰੀਕਲਸ ਵੀ ਕਰ ਸਕਦੇ ਹੋ, ਉਹ ਵੀ ਪੇਪਰ ਦੇ ਵਿੱਚ ਆ ਸਕਦੇ ਆ, ਹੈਲਪਫੁਲ ਆ ਇਨ ਨੂਮੈਰੀਕਲਸ ਆਲਸੋ। ਸੋ let us consider a concave mirror. So you can drive it also for convex mirror. So let here is the pole, principal axis, focus. ਸੋ ਇੱਥੇ ਧਿਆਨ ਰੱਖਣਾ ਇਹ ਵੀ ਜਿੰਨੀ ਲੈਂਥ ਅਸੀਂ ਫੋਕਸ ਦੀ ਰੱਖੀ ਆ ਪੋਲ ਤੋਂ ਉਨੀ ਵੀ ਲੈਂਥ ਨੀਅਰਲੀ ਇਕੁਅਲ ਟੂ ਸੀ ਹੋਣਾ ਚਾਹੀਦਾ, ਸੋ ਦੈਟ ਇਹ ਲੱਗੇ ਵੀ ਇਹ ਡਬਲ ਆ। ਸੋ ਇੱਥੇ ਤੱਕ ਸਾਡੇ ਕੋਲ ਡਿਸਟੈਂਸ ਹੋ ਗਿਆ ਜੀ focal length and this is our R. We have a parallel ray of light which is incident on the mirror. एक parallel ray of light किसी दूर ऑब्जेक्ट पिया कोई बहुत दूर पिया उतों ਉਹਦੀ लाइट आ रही है तो स्ट्राइक कर गई मिरर ते ਆਪਾਂ ਹੁਣੇ पढ़ के हटे भी ਜਿਹੜੀਆਂ रेज ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਂਦੀਆਂ ਨੇ ਉਹ ਆਫਟਰ ਰਿਫਲੈਕਸ਼ਨ ਕਿੱਥੋਂ ਪਾਸ ਕਰਦੀਆਂ, ਫੋਕਸ ਦੇ ਵਿੱਚੋਂ ਦੀ ਪਾਸ ਕਰਦੀਆਂ। ਤੋਂ ਮੈਂ ਇਹਨੂੰ ਫੋਕਸ ਦੇ ਵਿੱਚੋਂ ਦੀ ਪਾਸ ਕਰਦੀ ਬਣਾ ਲੈਣਾ। ਸਪੋਜ਼ ਕਰ ਲਈਏ ਇਸੇ ਪੁਆਇੰਟ ਤੋਂ, ਬਿਕੋਜ਼ ਸੀ ਇਜ਼ ਦੀ ਸੈਂਟਰ ਆਫ ਦੈਟ ਸਫੀਅਰ,
ऑफ विच दिस मिरर इज़ ए पार्ट। सो ਇਹਦਾ मतलब सेंटर तो लैके ਜਿਹੜਾ सरफेस तक डिस्टेंस होएगा इट विल बी दी रेडियस ऑफ दैट स्फीयर। इस स्फीयर का जे मान लो असीं इत्थे तो आह साडा मिरर आह कट्टिया होया तो इत्थों जिहड़ी असीं लाइन इत्थे खिंच लई सेंटर तक वो की होएगी इट विल बी दी रेडियस। जे रेडियस आ तो यह नॉर्मल भी एक्ट करेगा सरफेस ते बिकॉज सारे रेडियस सरफेस ते की हुंदे आ परपेंडिकुलर हुंदे आ। सो इस करके इट दिस इज़ दी नॉर्मल। जे नॉर्मल आ ਇਹਦਾ मतलब ਇੱਥੇ ਸਾਡੇ ਕੋਲੇ एंगल ऑफ इंसीडेंस होएगा। सपोज करिए दिस एंगल ऑफ इंसीडेंस इज थीटा। क्लीयर। सो ਉਹੀ ਗੱਲ बार-बार ਤੁਹਾਨੂੰ मैं दस रहा एंगल ऑफ इंसीडेंस इज ऑलवेज मेड विद नॉर्मल। ये याद रखना नॉर्मल ਦੇ ਨਾਲ ਹੀ ਇਹ ਬਣਨਾ। ਹੁਣ ਜੇ एंगल ऑफ इंसीडेंस नॉर्मल आ दैन अकॉर्डिंग टू स्नेल्स ला एंगल ऑफ रिफ्लैक्शन कितना होएगा जी वो भी थीटा ही होएगा तो ये भी असी नॉर्मल के नाल ही बनावांगे। सो इट इज़ ऑल्सो थीटा। क्लीयर। हुण ध्यान दिओ बई आ साडी सीगी इंसीडेंट रे ते इत्थे आ साडे कोले प्रिंसीपल एक्सिस। इन्हां च की रिलेशन आपस च ये दोने की ने पैरलल ने। ते जे आपां ये देखीए भी ये दो पैरलल रेज ने पैरलल लाइनस ने ते दो पैरलल लाइनस नूं जदों एक रे कटदी आ ते जिन्ना एंगल साडे कोले आ कट गई इत्थे होएगा उन्ना ही एंगल इत्थे नहीं होएगा। किहड़े एंगल ने अल्टरनेट इंटीरियर एंगल्स। ठीक है। सो ये दोनों बराबर होणगे। हुण इत्थे देखो किहड़ा बनदा है एक रे साडी आह वाली होगी दूजी आ होगी आ लाइन इनू कट रही आ। ਇਹਦਾ मतलब ਇੱਥੇ वाला ਜਿਹੜਾ टोटल एंगल आ कितना हो गया टोटल 2 थीटा। इट विल बी इक्वल टू दिस एंगल 2 थीटा। क्लीयर। तो जे हुण असीं ध्यान दईए ਇੱਥੇ मैं पॉइंट सपोज कर लो एम मान लेना एम सी लाइन वाल आ ਜਿਹੜਾ नॉर्मल सीगा नॉर्मल ज भी कट करदा इन्हां दोनों रेज नूं ही ऐसे तरीके नाल ते उपरले पासे साडा एंगल थीटा तो इसका मतलब इत्थे कितना आ गया जी थीटा। क्लीयर। हुण साडे कोल इत्थे दो ट्रायंगल्स बन गईयां कदों जदों असीं सपोज कर लीए भी ये जिहड़ा मिरर आ इट हैज़ समॉल अपर्चर। अपर्चर जिहड़ा है इहदा ये की आ समॉल आ मतलब छोटा जिहा मिरर आ बहुत छोटा एडा वड्डा इहदा आपां समझाउण वास्ते वड्डा बनाया बोर्ड ते बट बहुत छोटा मिरर आ। ते जे बहुत छोटा होऊगा ते आ जिहड़ी गुड़ाई आ ये किन्नी कुछ होऊगी बिल्कुल नैगलीजिबल होएगी। आपां जदों लैब दे विच कनकेव मिरर दे नाल प्रैक्टिकल करदे आ तो उदों तुसीं देखिआ ही आ भी किन्नी गुड़ाई हुंदी आ। सो इस करके जेकर मैं एम तो नीचे परपेंडिकुलर ड्रॉ करदा सपोज करो मैं इत्थे परपेंडिकुलर ड्रा कर लिया लैट दिस पॉइंट बी एल दैन जे अपर्चर समॉल आ तो एल ते पी पॉइंट दे विल जस्ट ओवरलैप ईच अदर। बहुत थोड़ा फर्क होएगा मतलब ਜਿਹੜੇ डिस्टेंस ਆਪਾਂ पी तो ਮਈਅਰ ਕਰਨੇ ਆ ਉਹ ਅਸੀਂ एल तो भी कंसिडर कर सकते हैं भी ਅਸੀਂ एल तो ही ਮਈਅਰ कर लीए। ਸਾਨੂੰ फायदा की है क्यों करना पै रहा अप्रॉक्सीमेशन लेनी पै रही है बिकॉज वी आर थिंकिंग हेयर ऑफ मेकिंग ए राइट एंगल ट्रायंगल। क्लीयर। हुण इत्थे ਅਸੀਂ राइट एंगल ट्रायंगल्स दी वास्ते वैल्यूज़ फाइंड करन लई साइन कन्वेंशनस यूज़ करांगे। ਕਿਹੜੀਆਂ ਸਾਈਨ ਕਨਵੈਂਸ਼ਨ ਯੂਜ਼ ਕਰਾਂਗੇ ਬੜੀਆਂ ਸਿੰਪਲ ਆ ਇਹਨੂੰ ਅਸੀਂ ਕਾਰਟੀਸੀਅਨ ਸਾਈਨ ਕਨਵੈਂਸ਼ਨ ਕਹਿੰਦੇ ਹਾਂ। ਸਾਈਨ ਕਨਵੈਂਸ਼ਨ ਦਾ ਕੀ ਮਤਲਬ ਆ ਵੀ ਰਿਵਾਜ ਕੀ ਆ ਆਪਾਂ ਡਿਸਟੈਂਸ ਕਿੱਧਰੋਂ ਕਿੱਧਰ ਨੂੰ ਮਈਅਰ ਕਰਨੇ ਆ ਕਿਉਂਕਿ ਇੱਥੇ ਸਾਨੂੰ ਡਿਸਟੈਂਸ ਮਈਅਰ ਕਰਨੇ ਪੈਣੇ ਆ ਫੋਕਲ ਲੈਂਥ ਮਈਅਰ ਕਰਨੀ ਪੈਣੀ ਆ ਆਰ ਕਿਉਂਕਿ ਅਸੀਂ ਆਰ ਤੇ ਐਫ ਦੇ ਰਿਲੇਸ਼ਨ ਫਾਈਂਡ ਕਰਨਾ। ਠੀਕ ਹੈ ਜੀ। ਜਿਹੜੇ ਡਿਸਟੈਂਸ ਪਹਿਲਾ ਸਾਡਾ ਇਹਦੇ ਕਾਰਟੀਸ਼ੀਅਨ ਸਾਈਨ ਕਨਵੈਂਸ਼ਨ ਆ ਸਾਰੇ ਡਿਸਟੈਂਸ ਜਿੰਨੇ ਵੀ ਮਈਅਰ ਕਰਨੇ ਆ ਆਪਟਿਕਸ ਦੇ ਵਿੱਚ ਅੱਜ ਆਪਾਂ ਸ਼ੁਰੂ ਕੀਤੀ ਆਪਟਿਕਸ ਜਿੰਨੀ ਵੀ ਆਪਟਿਕਸ ਪੜ੍ਹਨੀ ਆ ਉਹਦੇ ਵਿੱਚ ਆਪਾਂ ਨੂੰ ਡਿਸਟੈਂਸ ਮਈਅਰ ਕਰਨੇ ਪੈਣੇ ਆ
ਜਿਵੇਂ ਇੱਥੇ ਆਪਾਂ ਕਹਾਂਗੇ ਵੀ ਆਹ ਫੋਕਲ ਲੈਂਥ ਆ ਜੀ, ਤੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਸਾਡਾ ਰੇਡੀਅਸ ਆਫ ਕਰਵੇਚਰ ਆ। ਕਿੱਧਰੋਂ ਮੇਜਰ ਕਰਨਾ, ਕੀ ਇੱਧਰੋਂ ਮਿਲਣਾ ਸ਼ੁਰੂ ਕਰਨਾ, ਇੱਥੋਂ ਕਰਨਾ ਸ਼ੁਰੂ ਕਰਨਾ, ਜਾਂ ਇੱਥੋਂ ਕਰਨਾ ਸ਼ੁਰੂ ਕਰਨਾ। ਤਾਂ ਇਹਦਾ ਰੂਲ ਕੀ ਆ? ਰੂਲ ਇਜ਼ ਆਲ ਦੀ ਡਿਸਟੈਂਸਿਸ ਆਰ measured from pole। ਸਾਰੇ ਡਿਸਟੈਂਸ ਕਿੱਥੋਂ ਮੇਜਰ ਕਰਨੇ ਸ਼ੁਰੂ ਕਰਨੇ ਆ? ਪੋਲ ਤੋਂ। ਕਲੀਅਰ? ਸੋ ਇਹ ਸਭ ਤੋਂ ਇੰਪੋਰਟੈਂਟ ਤੇ ਜ਼ਰੂਰੀ ਗੱਲ ਹੋ ਗਈ ਵੀ ਜਦੋਂ ਵੀ ਮਿਹਨਤੀ ਕਰਨੀ ਆ, ਕੋਈ ਡਿਸਟੈਂਸ ਮੇਜਰ ਕਰਨਾ, ਉਹ ਪੋਲ ਤੋਂ ਮਿਲਣਾ ਸ਼ੁਰੂ ਕਰਨਾ। ਦੂਜੀ ਗੱਲ, ਜਿਹੜੇ ਡਿਸਟੈਂਸ ਇੰਸੀਡੈਂਟ ਰੇ ਵਾਲੇ ਪਾਸੇ ਨੂੰ ਮਿਣੇ ਜਾਣਗੇ, ਜਿਹੜੇ ਡਿਸਟੈਂਸ, ਕਿਉਂਕਿ ਇੰਸੀਡੈਂਟ ਰੇ ਕਿਸੇ ਪਾਸਿਓਂ ਆਉਂਦੀ ਆ, ਉਹ ਆਪਾਂ ਦੇਖ ਲਾਂਗੇ ਵੀ ਕਿੱਧਰੋਂ ਆਉਂਦੀ ਆ। ਹੁਣ ਜਿਵੇਂ ਇਸ ਕੇਸ ਦੇ ਵਿੱਚ ਲੈਫਟ ਸਾਈਡ ਤੋਂ ਰਾਈਟ ਸਾਈਡ ਵੱਲ ਨੂੰ ਜਾ ਰਹੀ ਆ। ਜਿਹੜੇ ਡਿਸਟੈਂਸ ਅਸੀਂ ਲੈਫਟ ਤੋਂ ਰਾਈਟ ਵੱਲ ਨੂੰ ਮੇਜਰ ਕਰਾਂਗੇ, ਉਹਨਾਂ ਨੂੰ ਪੋਜ਼ਿਟਿਵ ਗਿਣਿਆ ਜਾਊਗਾ। ਸੋ ਦੂਸਰੀ ਕਨਵੈਨਸ਼ਨ ਕੀ ਹੋਗੀ? ਦੀ ਡਿਸਟੈਂਸਿਸ ਵਿਚ ਆਰ ਇਨ ਦੀ ਡਾਇਰੈਕਸ਼ਨ of incident ray are positive। ਤੇ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਇੰਸੀਡੈਂਟ ਰੇ ਦੇ ਉਲਟ ਮਿਣੇ ਜਾਣਗੇ, ਉਹ ਕੀ ਹੋਣਗੇ? ਨੈਗੇਟਿਵ। ਸੋ ਇੱਥੇ ਅਸੀਂ ਲਿਖ ਦਿੰਦੇ ਆ ਐਂਡ ਵਾਈਸੀ ਵਰਸਾ। ਵਾਈਸੀ ਵਰਸਾ ਦਾ ਮਤਲਬ ਇਹਦਾ ਉਲਟ ਦੂਜਾ ਪੋਸੀਬਲ ਹੋਏਗਾ। ਕਲੀਅਰ ਹੋ ਗਈ ਗੱਲ? ਹੁਣ ਕਿਸੇ ਕਿਸੇ ਸਿਚੁਏਸ਼ਨ ਦੇ ਵਿੱਚ ਆਪਾਂ ਡਿਸਟੈਂਸ ਉੱਪਰ ਨੂੰ ਜਾਂ ਥੱਲੇ ਨੂੰ ਵੀ ਮੇਜਰ ਕਰਨੇ ਹੋ ਸਕਦੇ ਆ। ਤਾਂ ਜੇਕਰ ਅਸੀਂ ਆਬਜੈਕਟ ਰੱਖਿਆ ਹੋਇਆ, ਮੰਨ ਲਓ ਇੱਥੇ, ਉਹਦੀ ਹਾਈਟ ਮੇਜਰ ਕਰਨੀ ਆ, ਉਹ ਉੱਪਰ ਨੂੰ ਆ, ਤਾਂ ਜਿਹੜੇ ਡਿਸਟੈਂਸ ਪ੍ਰਿੰਸੀਪਲ ਐਕਸਿਸ ਤੋਂ ਉੱਪਰ ਨੂੰ ਮੇਜਰ ਕਰਾਂਗੇ, ਜਿਹੜੀਆਂ ਹਾਈਟਸ ਉੱਪਰ ਨੂੰ ਮੇਜਰ ਕਰਾਂਗੇ, ਦੋਜ਼ ਵਿਲ ਬੀ ਪੋਜ਼ਿਟਿਵ, ਐਂਡ ਵਿਚ ਆਰ ਟੂ ਬੀ ਮੇਜਰਡ ਡਾਊਨਵਰਡਸ ਦੇ ਵਿਲ ਬੀ ਨੈਗੇਟਿਵ। ਕਲੀਅਰ ਹੋ ਗਈ ਗੱਲ ਇਹ? ਸੋ ਇਹ 3 ਸਾਈਨ ਕਨਵੈਨਸ਼ਨਾਂ ਅਸੀਂ ਯਾਦ ਰੱਖਣੀਆਂ ਨੇ। ਲਓ ਜੀ, ਹੁਣ ਆਪਾਂ ਇਹਦੇ ਤੇ ਆ ਜਾਈਏ ਆਪਣੇ ਰਿਲੇਸ਼ਨ ਵੱਲ ਨੂੰ। ਦੇਖੋ ਜੀ, ਹੁਣ ਇਹਦੇ ਵਿੱਚ ਟ੍ਰਾਇੰਗਲ ਬਣ ਰਹੀ ਹੈ ਇੱਕ MLF। ਸੋ ਇਨ ਰਾਈਟ ਐਂਗਲਡ ਟ੍ਰਾਇੰਗਲ MLF, ਐਂਡ ਦੂਸਰੀ ਰਾਈਟ ਐਂਗਲ ਟ੍ਰਾਇੰਗਲ ਆ MLC। ਜਦੋਂ ਵੀ ਇਦਾਂ ਦੇ ਕੁਐਸਚਨ ਆਉਣ, ਆਮ ਤੌਰ ਤੇ ਬੱਚੇ ਇੱਥੇ ਰੱਟਾ ਲਾਉਣ ਦੀ ਕੋਸ਼ਿਸ਼ ਕਰਦੇ, ਆਪਾਂ ਨਹੀਂ ਲਾਉਣਾ। ਆਪਾਂ ਰੱਟਾ ਲਾਵਾਂਗੇ ਤਾਂ ਫਸ ਜਾਵਾਂਗੇ, ਭੁੱਲ ਜਾਵਾਂਗੇ। ਅਸੀਂ ਦਿਮਾਗ 'ਚ ਇਹ ਰੱਖਣਾ ਵੀ ਅਸੀਂ ਫਾਈਂਡ ਕੀ ਕਰਨਾ। ਫਾਈਂਡ ਕੀ ਕਰ ਰਹੇ ਹਾਂ? ਵੀ ਆਰ ਟੂ ਫਾਈਂਡ ਦੀ ਰਿਲੇਸ਼ਨ ਬਿਟਵੀਨ R ਐਂਡ F। ਫੋਕਲ ਲੈਂਥ ਤੇ ਰੇਡੀਅਸ ਆਫ ਕਰਵੇਚਰ ਦੇ ਵਿੱਚ ਅਸੀਂ ਡਿਸਟੈਂਸ ਫਾਈਂਡ ਕਰਨਾ। ਅਸੀਂ ਹੁਣ 2 ਟ੍ਰਾਇੰਗਲਾਂ ਚੂਜ਼ ਕਰ ਲਈਆਂ, ਜਿਹਦੇ ਵਿੱਚ F ਵੀ ਆਉਂਦਾ, ਇੱਕ 4 ਆਉਂਦੀ ਆ। ਜਿਹੜੀ MLF ਆ, ਉਹਦੇ 'ਚ ਫੋਕਲ ਲੈਂਥ ਆਉਂਦੀ ਆ, MLC ਦੇ ਵਿੱਚ ਸਾਡੀ R ਆ ਗਈ। ਇਹਨਾਂ ਦੋਨਾਂ ਟ੍ਰਾਇੰਗਲਾਂ 'ਚ ਇਹ ਲੱਭਣਾ ਵੀ ਕਾਮਨ ਸਾਈਡ ਕਿਹੜੀ ਆ। ਕੀ ਲੱਭਣਾ? ਕਿਹੜੀ ਆ ਦੱਸੋ? ML। ਅਸੀਂ ਹੁਣ ਸਾਈਨ, ਕੋਸ ਤੇ ਟੈਨ ਦੇ ਵਿੱਚੋਂ ਉਹ ਚੀਜ਼ ਇੱਥੇ ਯੂਜ਼ ਕਰਨੀ ਆ ਜਿਹਦੇ ਵਿੱਚ ਕਾਮਨ ਸਾਈਡ ਤੇ ਦੂਜੀ ਸਾਈਡ ਜਿਹੜਾ ਅਸੀਂ ਰਿਲੇਸ਼ਨ ਫਾਈਂਡ ਕਰਨਾ, ਉਹ ਆਉਂਦੀ ਹੋਵੇ। ਹੁਣ ਦੇਖੋ, F ਤੇ R ਤਾਂ ਦੋਨਾਂ ਟ੍ਰਾਇੰਗਲਾਂ ਦੇ ਬੇਸ ਆ, ਤੇ ML ਕੀ ਆ? ਪਰਪੈਂਡੀਕੂਲਰ ਤੇ ਬੇਸ 'ਚ ਕੌਣ ਆ? ਟੈਨ। ਇਹਦਾ ਮਤਲਬ ਅਸੀਂ ਦੋਨੇ ਟ੍ਰਾਇੰਗਲਾਂ 'ਚੋਂ ਟੈਨ ਲੱਭਾਂਗੇ। ਅਸੀਂ ਟੈਨ 2 ਥੀਟਾ ਤੇ ਟੈਨ ਥੀਟਾ। ਲਓ ਜੀ, ਪਹਿਲੀ 'ਚੋਂ ਅਸੀਂ ਲੱਭ ਲਿਆ ਟੈਨ 2 ਥੀਟਾ। ਦੱਸ ਦਿਓ ਕਿਹਦੇ ਬਰਾਬਰ ਆ ਗਿਆ? ML ਅਪੋਨ LF। ਕਲੀਅਰ? ਤੇ ਦੂਸਰੀ ਦੇ ਵਿੱਚ ਟੇਂਜੈਂਟ ਥੀਟਾ ਇਜ਼ ਇਕੁਅਲ ਟੂ ਆ ਗਿਆ, ਬੋਲੋ, ML ਅਪੋਨ LC। ਬਸ ਇੱਥੇ ਤੱਕ ਗੱਲ। ਇਦੋਂ ਅਗਲਾ ਸਟੈਪ ਕੀ ਆ? ਜਿਹੜੀਆਂ ਅਸੀਂ ਆ ਸਾਈਨ ਕਨਵੈਨਸ਼ਨਾਂ ਪੜ੍ਹੀਆਂ ਬਈ ਸਾਰੇ ਡਿਸਟੈਂਸ ਕਿੱਥੋਂ ਮੇਜਰ ਕਰਨੇ ਆ? ਪੋਲ ਤੋਂ। ਸੈਕੰਡਲੀ, ਜਿਹੜੇ ਡਿਸਟੈਂਸ ਇੰਸੀਡੈਂਟ ਰੇ ਵੱਲ ਨੂੰ ਨੇ ਉਹ ਪੋਜ਼ਿਟਿਵ, ਜਿਹੜੇ ਉਦੋਂ ਉਲਟ ਮੇਜਰ ਕਰਨੇ ਆ ਉਹ ਨੈਗੇਟਿਵ। ਤਾਂ ਅਸੀਂ ਕੀ ਕਰਨੇ ਆ, ਕਿਉਂਕਿ ਕਾਮਨ ਸਾਈਡ ਆ ਦੋਨੇ ਇਕੁਏਸ਼ਨਾਂ 'ਚੋਂ, ਮੰਨ ਲਓ ਆਹ ਪਹਿਲੀ ਆ, ਦੂਜੀ ਆ, ਇਹ 'ਚੋਂ ML ਕੱਢ ਲਈਏ। ਪਹਿਲੀ 'ਚੋਂ ML ਕਿੰਨੀ ਆ ਗਈ? LF ਟੈਨ 2 ਥੀਟਾ। ਦੂਜੀ 'ਚੋਂ ML ਕਿੰਨੀ ਆ ਗਈ? LC ਟੈਨ ਥੀਟਾ।
ਹੁਣ ਆ ਵੀ एम एल आ भी एम एल आ, दोनों बराबर कर सकते हैं, कर सकते हैं। सो ਇਹਦਾ मतलब जे लैफ्ट हैंड साइड बराबर आ तो राइट हैंड साइड भी की होएगी, बराबर होएगी। ਇਹਦਾ मतलब एल एफ टेंजेंट टू थीटा इज इक्वल टू एल सी टेंजेंट थीटा। एल एफ तो एल सी ਦੀਆਂ वैल्यूज़ पुट करते हैं। एल एफ की वैल्यू कितनी है जी? साइन कन्वेंशन माइनस एफ, क्योंकि असी डिस्टेंस मेजर करने आ पोल तो, ते एल पॉइंट ते पी असी कंसिडर किए आ भी ओवरलैप करते हैं। तो यदा मतलब जेडे डिस्टेंस असी पोल तो मेजर करने सी वो असी अज्यूम कर सकते हैं भी दे कैन बी मेजर्ड फ्रॉम एल। सो जो एल एफ आ इनू भी असी एफ लिख सकते हैं, बट बिकॉज इट इज़ दी इन अपोजिट डायरैक्शन टू इंसीडेंट रे। यदा मतलब माइनस एफ टेंजेंट टू थीटा बराबर एल सी माइनस आर टेंजेंट थीटा। रीअरेंज करो, दसो कितना आया? माइनस तो कट्टा गया दोनों पासों, सो इनू मैं अरेज कर दिना। टेंजेंट टू थीटा बटे टेंजेंट थीटा, लो जी टेंजेंट टू थीटा बटे टेंजेंट थीटा बराबर की आ गया? आर बटे एफ। क्लीयर? सो इनू असी अप्रोक्सीमेशन च लिख सकते हैं जेकर साढ़े थीटाज छोटे ने, इफ दी एंगल्स आर स्मॉल, वैसे भी ऊपर भी टैन आ नीचे भी टैन आ, कैंसल हो जाएंगे। सो टू थीटा ओवर थीटा आर ओवर एफ, टू थीटा ओवर थीटा इज इक्वल टू आर अपॉन एफ। थीटा साडा कैंसल हो गया, सो आर किहदे बराबर आ गया जी? 2f, जहाँ कह दिए f इज इक्वल टू आर बाय 2। सो दिस रिजल्ट इज प्रूव्ड। सो इन सिमिलर वे तुसीं इहनूं कन्वैक्स मिरर वास्ते भी कर सकते हो। सो मैं तुहाडे वास्ते छड्ड रहा, तुसीं वो करके देखोगे घरे। क्लीयर? बुक च दिता होया, कर सकते हो ईजीली। तो बट यह आ भी एक दो बारी प्रैक्टिस करोगे, जिहड़ियां चीज़ां दा ध्यान रखण नूं कहा वो ध्यान रखणियां पैणगियां जे तुसीं रिजल्ट सही चाहुंदे हो, तो अदरवाइज नहीं। यही चीज़ जिहड़ियां कार्टीशियन साइन कन्वेंशनस ने, ये कई बारी पेपर दे विच यही क्वेश्चन आ जांदा, वट आर दी कार्टीशियन साइन कन्वेंशनस। सब तो पहली ऑल दी डिस्टेंसिस विल बी मेजर्ड फ्रॉम पोल। ਜਿਹੜੇ डिस्टेंस दूजी ਜਿਹੜੇ डिस्टेंस इंसीडेंट रे दे वल नूं ने वो पॉजिटिव, अपोजिट वाले पासे नैगेटिव। हाइट्स अबव दी प्रिंसीपल एक्सिस पॉजिटिव, हाइट्स बिलो दी प्रिंसीपल एक्सिस नैगेटिव। क्लीयर? सो ये तिन्ने लिखोगे थोड़े 2 नंबर पक्के आ जाने। सो इस तरह कई बारी पेपर 'च आ जाता अपर्चर की हुंदा, करवेचर की हुंदा, प्रिंसीपल एक्सिस की आ उहदी डेफिनेशन, फोकल लेंथ की हुंदी आ, की हुंदी आ फोकल लेंथ की हुंदी आ, डेफिनेशन की दोगे जे चलो ठीक आ फोकल लेंथ। जे अजे प्रिंसीपल फोकस की हुंदा? नो, यस पैरेलल लाइन्स, दी rays of light which comes parallel to the principal axis after reflection from the mirror they come together ਜਾਂ converge at a point। converge means ਇਕੱਠੀਆਂ ਹੋ ਜਾਂਦੀਆਂ, converge at a point, that point is called principal axis। ਤੇ ਸੌਰੀ focal length, principal focus। ਤੇ ਉਹ ਤੋਂ ਡਬਲ ਡਿਸਟੈਂਸ ਕੀ ਆ ਸਾਡਾ? ਸੈਂਟਰ ਆਫ ਕਰਵੇਚਰ। ਤੇ ਸੈਂਟਰ ਆਫ ਕਰਵੇਚਰ ਕਿਹਦਾ ਸੈਂਟਰ ਆ? ਇਟ ਇਜ਼ ਦੀ ਸੈਂਟਰ ਆਫ दैट स्फीयर। इत्थों शुरू करना, इट इज़ द सेंटर ऑफ दैट स्फीयर ऑफ विच दिस मिरर इज़ ए पार्ट, जिहदा यह मिरर एक की आ पार्ट आ। तो इस तरीके दे नाल बेटे आपां इह चों ऑप्टिक्स चों तुहानूं मैं दस्सिया सी कल, इट इज़ द मोस्ट रिवार्डिंग टॉपिक ऑफ द सिलेबस। सो जिन्ना इहनूं अच्छी तरीके नाल कर लोगे उन्ने ही तुहाडे नंबर पक्के। क्लीयर? हुण कोई क्वेश्चन आता पुछ लो, अगला भी कर लईए, हैगा टाइम? हाँ बिल्कुल बिल्कुल, इसलिए तो दसिया भी कार्टीशियन साइन कन्वेंशनां का ख्याल रखना, क्योंकि जेकर अपने कोले मिरर इहदी जगह के उत्ते सपोज कर लो कन्वैक्स मिरर आ, फिर की होएगा देखो, तुहानूं रे डायग्राम बना के दसदा।
ਇਹ ਜਿੱਧਰ ਨੂੰ ਮਰਜ਼ੀ ਬਣਾ ਸਕਦੇ ਆ, ਇਹ ਨਹੀਂ ਜ਼ਰੂਰੀ ਵੀ ਮੈਂ ਇੱਧਰ ਨੂੰ ਬਣਾਇਆ ਤੁਸੀਂ ਇੱਧਰ ਨੂੰ ਬਣਾਉਣਾ। ਸੋ ਆਹ ਸਾਡਾ ਹੋ ਗਿਆ ਪ੍ਰਿੰਸੀਪਲ ਐਕਸਿਸ। ਓਕੇ, ਇੱਥੇ ਹੁਣ ਇੱਕ ਹੋਰ ਡਾਊਟ ਵੀ ਕਲੀਅਰ ਕਰ ਲੈਂਦੇ ਆ। ਪੋਲ ਤਾਂ ਪਤਾ ਲੱਗ ਗਿਆ ਵੀ ਆਹ ਪੋਲ ਆ ਜੀ, ਫੋਕਸ ਦੱਸੋ ਕਿੱਧਰ ਹੋਊਗਾ? ਫੋਕਸ ਲੈਫਟ ਹੈਂਡ ਸਾਈਡ, ਹਾਂਜੀ ਅੱਛਾ, ਸੈਂਟਰ ਆਫ ਕਰਵੇਚਰ ਕਿੱਧਰ ਹੋਊਗਾ? ਉਹ ਉੱਧਰ ਹੋਊਗਾ। ਸੈਂਟਰ ਆਫ ਕਰਵੇਚਰ ਮੰਨ ਲਓ ਇੱਥੇ ਆ, ਤੇ ਫੋਕਸ ਕਿੱਥੇ ਹੋਊਗਾ? ਇੱਧਰ? ਨੋ, ਫੋਕਸ ਇੱਥੇ ਹੋਊਗਾ ਵਿਚਾਲੇ। ਕਿਵੇਂ ਹੋਊਗਾ ਦੇਖੋ, ਹੁਣੇ ਹੀ ਦੇਖਦੇ ਹਾਂ ਆਪਾਂ। ਪ੍ਰਿੰਸੀਪਲ ਫੋਕਸ ਦੀ ਡੈਫੀਨੇਸ਼ਨ ਕੀ ਪੜ੍ਹੀ ਸੀ? ਦਿਸ ਇਜ਼ ਅ ਪੁਆਇੰਟ ਵੇਅਰ ਦੀ ਰੇਜ਼ ਕਮਿੰਗ ਪੈਰਲਲ ਟੂ ਦੀ ਪ੍ਰਿੰਸੀਪਲ ਐਕਸਿਸ ਫੋਕਸ ਐਟ ਏ ਪੁਆਇੰਟ ਜਾਂ ਕਨਵਰਜ ਐਟ ਏ ਪੁਆਇੰਟ, ਹੈ ਨਾ। ਦੇਖੀਏ ਹੁਣ ਆਹ ਮੰਨ ਲਓ ਰੇਜ਼ ਆਉਂਦੀਆਂ ਪੈਰਲਲ, ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਗਈਆਂ, ਕਿੱਧਰ ਨੂੰ ਜਾਣਗੀਆਂ? ਹਾਂ, ਬਿਕੋਜ਼ ਅਸੀਂ ਇੱਥੇ ਹੁਣ ਜੇ ਮੰਨ ਲਓ ਨਹੀਂ ਸਮਝ ਲੱਗਦੀ ਵੀ ਕਿੱਧਰ ਨੂੰ ਜਾਣਗੀਆਂ, ਕੀ ਕਰਨਾ, ਸਟੈਪਸ ਫੋਲੋ ਕਰਨੇ ਆ। ਪਹਿਲਾਂ ਦੇਖੋ ਇੱਥੇ ਨਾਰਮਲ ਕੀ ਆ, ਨਾਰਮਲ ਬਣਾਓ। ਮੰਨ ਲਓ ਇੱਕ ਇਹ ਰੇ ਆ, ਇੱਧਰ ਵੀ ਇੱਕ ਰੇ ਆ, ਜਿੱਥੇ ਜਿਹੜਾ ਪੁਆਇੰਟ ਆਫ ਇੰਸੀਡੈਂਸ ਇਹਦਾ ਆ ਹੋ ਗਿਆ, ਇਹਦਾ ਪੁਆਇੰਟ ਆਫ ਇੰਸੀਡੈਂਸ ਇੱਥੇ ਹੋ ਗਿਆ, ਜਿਹੜੀ ਇੱਥੇ ਆਊਗੀ ਉਹਦਾ ਪੁਆਇੰਟ ਆਫ ਇੰਸੀਡੈਂਸ ਆ ਹੋ ਗਿਆ, ਇੱਥੇ ਵਾਲੀ ਦਾ, ਇੱਥੇ ਵਾਲੀ ਦਾ। ਪੁਆਇੰਟ ਆਫ ਇੰਸੀਡੈਂਸ ਤੇ ਨਾਰਮਲ ਬਣਾਉਣਾ। ਨਾਰਮਲ ਕਿਵੇਂ ਬਣੂਗਾ? ਟੇਂਜੈਂਟ ਡਰਾ ਕਰਾਂਗੇ। ਹੁਣ ਟੇਂਜੈਂਟ ਆਪਾਂ ਤੋਂ ਟੇਢਾ ਵੀ ਬਣ ਸਕਦਾ, ਪਰ ਫੰਡਾ ਕੀ ਰੱਖਣਾ ਯਾਦ, ਜਿਹੜਾ ਸੀ ਆ ਇਟ ਇਜ਼ ਦੀ ਸੈਂਟਰ ਆਫ ਦੀ ਸਫੀਅਰ। ਸੀ ਸੈਂਟਰ ਆ, ਤੇ ਸੀ ਤੋਂ ਜਿਹੜੀ ਲਾਈਨ ਸਿੱਧੀ ਆਉਂਦੀ ਹੋਊਗੀ ਉਹ ਆਟੋਮੈਟਿਕਲੀ ਇਸ ਜਗ੍ਹਾ ਦੇ ਉੱਤੇ ਨਾਰਮਲ ਹੋਊਗੀ। ਤੁਸੀਂ ਫੁੱਟਾ ਰੱਖ ਕੇ ਇੱਥੇ ਫੁੱਟਾ ਰੱਖੋ, ਤੇ ਆਹ ਜਿਹੜੀ ਰੇ ਆ ਦਿਸ ਵਿਲ ਬੀ ਦੀ ਨਾਰਮਲ। ਜੇ ਆ ਨਾਰਮਲ ਆ ਤਾਂ ਜਿੰਨਾ ਐਂਗਲ ਆ ਬਣਨਾ ਉਨਾ ਹੀ ਗਾਂਹ ਵਾਲਾ ਬਣਨਾ, ਇੱਧਰ ਨੂੰ ਜਾਊਗੀ। ਪੱਲੇ ਪੈ ਗਈ ਗੱਲ। ਹੁਣ ਤੁਸੀਂ ਇਹ ਦੇਖੋ ਵੀ ਇਹ ਰੇ ਆਫ ਲਾਈਟ ਕਿੱਥੋਂ ਆਉਂਦੀ ਲੱਗਦੀ ਆ। ਆ ਮੇਰੇ ਬਰਾਬਰ ਰੱਖਿਆ, ਆ ਥੋੜ੍ਹਾ ਜਿਹਾ ਵੱਡਾ ਬਣ ਗਿਆ ਐਂਗਲ, ਸੋ ਇਹਨੂੰ ਆਪਾਂ ਛੋਟਾ ਕਰ ਦਈਏ। ਹੁਣ ਛੋਟਾ ਬਣ ਗਿਆ ਜ਼ਿਆਦਾ। ਚਲੋ ਇਹ ਤੁਸੀਂ ਜਿਓਮੈਟਰੀ ਫੁੱਟੇ ਨਾਲ ਬਣਾ ਕੇ ਦੇਖ ਸਕਦੇ ਹੋ। ਸੋ ਇਹ ਕਿੱਥੋਂ ਆਉਂਦੀ ਲੱਗਦੀ ਆ? ਇੱਥੋਂ ਆਉਂਦੀ ਲੱਗਦੀ ਆ। ਸੋ ਇਹਨੂੰ ਠੀਕ ਕਰ ਲੈਂਦੇ ਹਾਂ। ਸੋ ਦਿਸ ਆਵਰ ਐਫ। ਇਸੇ ਤਰ੍ਹਾਂ ਹੀ ਆਹ ਪੁਆਇੰਟ, ਇਸ ਪੁਆਇੰਟ ਦਾ ਨਾਰਮਲ ਕਿੱਥੇ ਬਣੂਗਾ? ਸੋ ਇਟ ਵਿਲ ਬੀ ਇੱਧਰ ਨੂੰ ਹੋਏਗਾ, ਇੱਥੇ ਨਾਰਮਲ। ਸੋ ਜਿੰਨਾ ਐਂਗਲ ਆ ਬਣਦਾ ਉਨਾ ਹੀ ਐਂਗਲ ਅਸੀਂ ਇੱਧਰ ਨੂੰ ਬਣਾਵਾਂਗੇ। ਸੋ ਇਹ ਕਿੱਥੋਂ ਅਪੀਅਰ ਹੁੰਦੀ ਆਉਂਦੀ? ਉਸੇ ਪੁਆਇੰਟ ਤੋਂ। ਇਸੇ ਤਰ੍ਹਾਂ ਹੀ ਇੱਥੇ ਦੇਖ ਲਓ, ਸੀ ਨੂੰ ਧਿਆਨ ਰੱਖਣਾ। ਇੰਨੇ ਕੁ ਧਿਆਨ ਰੱਖੋਗੇ ਤਾਂ ਤੁਸੀਂ ਆਪਟਿਸਟ ਕਦੇ ਮਾਰ ਨਹੀਂ ਖਾ ਸਕਦੇ। ਸੋ ਇਹ ਇੱਧਰ ਨੂੰ ਜਾਂਦੀ ਲੱਗਦੀ ਆ, ਆਉਂਦੀ ਕਿੱਥੋਂ ਲੱਗਦੀ ਆ? ਇਸ ਪੁਆਇੰਟ ਤੋਂ। ਸੋ ਦੇ ਵਿਲ ਅਪੀਅਰ ਟੂ ਕਨਵਰਜ ਐਟ, ਦੇ ਵਿਲ ਅਪੀਅਰ ਟੂ ਕਮ ਫਰੋਮ ਏ ਪੁਆਇੰਟ ਇਨ ਦੀ ਕੇਸ ਆਫ ਏ ਕਨਵੈਕਸ ਮਿਰਰ। ਸੋ ਇਹਨੂੰ ਅਸੀਂ ਕਹਾਂਗੇ ਪ੍ਰਿੰਸੀਪਲ ਫੋਕਸ। ਸੋ ਇਸ ਕੇਸ ਦੇ ਵਿੱਚ ਫੋਕਲ ਲੈਂਥ ਵਿਲ ਬੀ ਪੋਜ਼ਿਟਿਵ, ਆਰ ਵਿਲ ਬੀ ਪੋਜ਼ਿਟਿਵ, ਕਿਉਂਕਿ ਪੋਲ ਤੋਂ ਹੀ ਮੇਜਰ ਕਰਨੇ ਸ਼ੁਰੂ ਕਰਨੇ ਆ। ਇੰਸੀਡੈਂਟ ਰੇ ਇੱਧਰ ਨੂੰ ਆਉਂਦੀ ਆ, ਆਹ ਫੋਕਸ ਲੈਂਥ ਇੱਧਰ ਨੂੰ ਆ, ਆਰ ਇੱਧਰ ਨੂੰ ਆ। ਸੋ ਇੱਥੇ ਪੋਜ਼ਿਟਿਵ ਹੈ। ਕਲੀਅਰ? ਬਿਲਕੁਲ। ਐਫ ਪਤਾ ਕਰਨ ਦਾ ਇੱਕੋ ਹੀ ਤਰੀਕਾ, ਸੀ ਤੋਂ ਨਾਰਮਲ ਖਿੱਚ ਲਓ, ਕਿਉਂਕਿ ਤੁਸੀਂ ਡਾਇਗਰਾਮ ਬਣਾਉਣੀ ਆ। ਬਟ ਅਸਲ 'ਚ ਤਰੀਕਾ ਤਾਂ ਇਹੀ ਆ ਵੀ ਲਾਈਟ ਪਾਓ, ਉਹ ਦੇਖੋ ਵੀ ਕਿੱਧਰ ਨੂੰ ਜਾਂਦੀ ਆ, ਕਿੱਥੋਂ ਆਉਂਦੀ ਲੱਗਦੀ ਆ ਉਹ ਪੁਆਇੰਟ।